ਫਾਜ਼ਿਲਕਾ ਦੇ ਐਮਆਰ ਕਾਲਜ ਦੇ ਵਿੱਚ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਸਟਾਫ ਪੂਰਾ ਕਰਨ ਅਤੇ ਹੋਰ ਮੰਗਾਂ ਨੂੰ ਲੈ ਕੇ ਚਲਾਇਆ ਗਿਆ ਹਸਤਾਖਰ ਅਭਿਆਨ। ਸਰਕਾਰ ਤੋਂ ਕੀਤੀ ਗਈ ਸਟਾਫ ਪੂਰਾ ਕਰਨ ਦੀ ਅਪੀਲ। ਫਾਜ਼ਿਲਕਾ ਦੇ ਵਿੱਚ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਹਸਤਾਖਰ ਅਭਿਆਨ ਚਲਾਇਆ ਗਿਆ ਅਤੇ ਫਾਜ਼ਿਲਕਾ ਦੇ ਐਮਆਰ ਕਾਲਜ ਦੇ ਵਿੱਚ ਸਟਾਫ ਪੂਰਾ ਕਰਨ ਅਤੇ ਹੋਰ ਵੀ ਮੰਗਾਂ ਨੂੰ ਲੈ ਕੇ ਸਰਕਾਰ ਤੋਂ अपील की जा रही है। जानकारी देते हुए पंजाब स्टूडेंट यूनियन के मैंबरों ने दस्सिया कि उन्होंने दे कॉलेज दे विच स्टाफ की कमी है, जिस दे चलते बच्चों की पढ़ाई प्रभावित हो रही है। उन्होंने सरकार तो इत्थे स्टाफ पूरा करन अते स्टूडेंट्स नूं सही सिक्ख्या सुविधा उपलब्ध करवाउण दी मंग की है। स्टूडेंट यूनियन के आगुओं ने कहा कि जेकर उन्होंने दी मंगां वल गौर नहीं किया गया तो उन्होंने वालों एक वड्डे संघर्ष का ऐलान भी किया जाएगा। हाँ जी, की नाम है तुहाडा जी? जी मेरा नाम है प्रवीण कौर, पंजाब स्टूडेंट यूनियन के मैंबर हाँ। हाँ जी, जो प्रोटेस्ट किया जा रहा है किस मसले को लेकर प्रोटेस्ट कर रहे हो जी? साढ़े 4 मंगां ने। पहली मंग आ कि जेडे साडे कॉलेज विच काफ़ी सालों तो कि प्रोफैसर भर्ती नहीं किए गए। पहला घट्टो घट्ट 50 होने सीगे, जो कि पहला 33 सी, वो भी घट करके 13 कर दिते गए। वो भी सारे प्राइवेट हैगे आ, गैसट फैसिलिटीज़ हैगे आ। ते उहदे विच साडे विच जेडे पंजाबी दे ते इंग्लिश दे लैक्चर टीचर आ वो 2-2 हैगे आ। ते साडा 2300 स्टूडेंट है, तो टीचर जां फिर अटेंडेंस लगाए जां फिर सानू पढ़ाए। ते एक टीचर नूं 250 बच्चा हुंदा वा। ते साडे स्कूल विच हफ्ते विच सिर्फ 4 क्लासां लगदियां वा। ते जेहड़े कई सबजैक्ट के साडे टीचर नहीं हैगे, प्रोफैसर नहीं हैगे, वो असीं गैसट फैसिलिटीज़ बल्कि 2-2 दिनों वास्ते बाहरों बुलाए जाते हैं। तो उन्हें जिस करके सिलेबस पूरा नहीं होंदा। तो असीं मंग करते हैं कि साडे जिहड़े कॉलेज के प्रोफैसर ने वो पूरे किए जाण ते जिहड़े प्रोफैसरां दी जिहड़ी तनख्वाह है वो सरकार वालों दित्ती जावे। जी की नाम है तुहाडा जी? मेरा नाम ममता, मैं पंजाब स्टूडेंट यूनियन दी मैंबर हाँ। हाँ जी, हाँ जी, ये किस मसले लेकर प्रोटेस्ट कर रहे हो तुसीं? ਅਸੀਂ ਇਸ ਮਸਲੇ ਦੀ ਗੱਲ ਕਰਦੇ ਹਾਂ ਕਿ ਸਾਡੇ 100 ਕਿਲੋਮੀਟਰ ਦੇ ਏਰੀਆ ਵਿੱਚ ਇੱਕ ਹੀ ਸਰਕਾਰੀ ਐਮਆਰ ਕਾਲਜ ਆ ਤੇ ਜੋ ਕਿ ਬਹੁਤ ਜ਼ਿਆਦਾ ਦੂਰ ਦੂਰ ਤੋਂ ਸਟੂਡੈਂਟ ਆਉਂਦੇ ਇੱਥੇ। ਤੇ ਨਾ ਤਾਂ ਸਾਡੇ ਕਾਲਜ ਵਿੱਚ ਟੀਚਰਸ ਹੈ ਪੂਰੇ ਤੇ ਨਾ ਹੀ ਸਾਡੇ ਮਾਸਟਰ ਡਿਗਰੀ ਕੋਰਸ ਹੈ। ਤੇ ਕੁੜੀਆਂ ਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਕਿ ਬॉयਜ਼ ਨੂੰ ਵੀ ਸਰਕਾਰੀ ਕਾਲਜ ਹੈ ਨਹੀਂਗਾ, ਕਿਤੇ ਵੀ ਦੂਰ ਦੂਰ ਜਾਣਾ ਪੈਂਦਾ। ਤੇ ਲੈਕਚਰ ਵੀ ਸਾਡੇ ਬਹੁਤ ਜ਼ਿਆਦਾ ਸ਼ਾਰਟ ਲੱਗਦੇ ਨੇ, ਵੀ ਪੂਰੇ ਲੈਕਚਰ ਵੀ ਨਹੀਂ ਲੱਗਦੇ। ਤੇ ਅਸੀਂ ਇਹੀ ਮੰਗ ਕਰਦੇ ਹਾਂ ਵੀ ਸਾਡੇ ਲੈਕਚਰ ਪੂਰੇ ਲੱਗੇ ਜਾਣ, ਵੀ ਟੀਚਰਾਂ ਨੂੰ ਪੱਕੇ ਤੌਰ 'ਤੇ ਰੱਖਿਆ ਜਾਵੇ ਇੱਥੇ। ਤੇ ਅਸੀਂ ਐਮਐਲਏ ਨੂੰ ਨਵੇਂ ਐਮਐਲਏ ਨੂੰ ਮਿਲਣ ਜਾਵਾਂਗੇ ਨੈਕਸਟ ਵੀਕ। ਤੇ ਉਹਨਾਂ ਨੂੰ ਇਹ ਸਾਰੇ ਟੈਸਟ ਦੱਸੇ। ਸਾਡਾ ਪ੍ਰੋਟੈਸਟ ਵੀ ਬਹੁਤ ਟਾਈਮ ਦਾ ਚੱਲ ਰਿਹਾ ਟੀਚਰਾਂ ਦੇ ਲੈ ਕੇ ਤੇ ਲੈਕਚਰ ਨੂੰ ਲੈ ਕੇ। ਕੀ ਨਾਮ ਹੈ ਤੁਹਾਡਾ ਜੀ? ਜੀ ਮੇਰਾ ਨਾਮ ਧੀਰਜ ਕੁਮਾਰ, ਮੈਂ ਜ਼ਿਲ੍ਹਾ ਪ੍ਰਧਾਨ ਪੰਜਾਬ ਸਟੂਡੈਂਟ ਯੂਨੀਅਨ। ਹਾਂ ਜੀ। ਤੇ ਅੱਜ ਜੋ ਅਸੀਂ ਇਹ ਕਰ ਰਹੇ ਹਾਂ ਜੀ, ਸਾਡੀ ਕਾਲਜ ਦੀ ਬਹੁਤ ਪੁਰਾਣਾ ਇੱਕ ਕਾਲਜ ਫਾਜ਼ਿਲਕਾ ਦਾ ਇੱਕੋ ਇੱਕ ਕਾਲਜ ਹੈ ਜੀ, ਜਿੱਥੇ ਲਗਭਗ ਗਰੀਬਾਂ ਦੇ ਬੱਚੇ ਪੜ੍ਹਦੇ ਨੇ। ਪਰ ਇੱਥੇ ਹਾਲਤ ਇਹ ਹੈ ਜੀ 50 ਪ੍ਰੋਫੈਸਰ ਹੋਣੇ ਚਾਹੀਦੇ ਸੀ, ਸਿਰਫ 14 ਨਾਲ ਹੀ ਸਾਰਿਆ ਜਾ ਰਿਹਾ। ਕਾਲਜ 'ਚ ਹਾਲਤ ਬਹੁਤ ਮਾੜੀ ਆ ਕਿ 2500 ਵਿਦਿਆਰਥੀ ਪੜ੍ਹਦਾ ਤੇ ਇੱਕ ਪ੍ਰੋਫੈਸਰ 1250 ਸਟੂਡੈਂਟ ਪੜ੍ਹਾਉਣ ਲਈ ਮਜਬੂਰ ਆ। ਜਦਕਿ ਜਿਹੜਾ ਸਰਕਾਰੀ ਨਿਯਮ ਆ ਉਹ ਕਹਿੰਦੇ 40 ਤੇ 1 ਦਾ ਅਨੁਪਾਤ ਹੋਣਾ ਚਾਹੀਦਾ, 40 ਸਟੂਡੈਂਟਸ ਮਗਰ ਇੱਕ ਪ੍ਰੋਫੈਸਰ ਹੋਣਾ ਚਾਹੀਦਾ। ਪਰ ਇੱਥੇ ਕਲਾਸ ਜੇ ਤੁਸੀਂ ਜਾ ਕੇ ਦੇਖ ਲਓ ਸਾਡੀਆਂ ਕਲਾਸਾਂ, ਤਾਂ ਇੱਕ ਕਲਾਸ 'ਚ ਹੈ ਨਾ, ਇੱਕ ਕਲਾਸ 'ਚ 2-2 300 ਸਟੂਡੈਂਟ ਬੈਠਾ ਹੈਗਾ ਤੇ ਕੋਈ ਟੀਚਰ ਪੜ੍ਹਾ ਨਹੀਂ ਪਾਉਂਦਾ ਹੈਗਾ। ਤੇ ਇਹ ਸਾਡੇ ਅਗਲੇ ਮਹੀਨੇ ਆਉਣ ਵਾਲੇ ਦਿਨਾਂ 'ਚ ਪੇਪਰ ਆ ਤੇ ਸਾਡਾ ਨਾ ਤਾਂ ਸਿਲੇਬਸ ਪੂਰਾ ਹੋਣ ਵਾਲੇ ਪਾਸੇ ਨੂੰ ਆ। ਪੋਲੀਟੀਕਲ ਸਾਇੰਸ, ਇਕਨੋਮਿਕਸ, ਹਿੰਦੀ ਦਾ ਸਿੰਗਲ ਪ੍ਰੋਫੈਸਰ ਨਹੀਂ ਹੈ ਕਾਲਜ 'ਚ। ਉਹਦੇ 'ਚ ਜਦੋਂ ਅਸੀਂ ਪਿਛਲੇ ਦਿਨ ਹੀ ਰੌਲਾ ਪਾਇਆ ਤੇ ਸਰਕਾਰ ਨੇ ਕੁਝ 2-2 ਪ੍ਰੋਫੈਸਰ 2-2 ਦਿਨ 'ਚ ਕਰਕੇ ਹੋਰਨਾਂ ਕਾਲਜਾਂ ਤੋਂ ਪ੍ਰੋਫੈਸਰ ਉਧਾਰੇ ਲੈ ਲਏ ਗਏ ਕਿ ਫਲਾਣੇ ਕਾਲਜ ਤੋਂ ਤੁਹਾਨੂੰ ਲਾਸਟ ਵਾਲੇ 2 ਦਿਨ ਪੜ੍ਹਾਉਣਾ ਆਊਗਾ ਕੋਈ ਪ੍ਰੋਫੈਸਰ। ਤੇ ਉਹ ਕੀ ਆ ਕਿ ਜਿਹੜੇ ਹਫਤੇ 'ਚ 2 ਦਿਨ ਹੀ ਸਿਰਫ ਪੜ੍ਹਾਇਆ ਜਾ ਰਿਹਾ ਤੇ ਉਹ ਵੀ ਸਹੀ ਤਰ੍ਹਾਂ ਪੜ੍ਹਾ ਨਹੀਂ ਪਾਉਂਦੇ ਟੀਚਰ, ਕਿਉਂਕਿ ਉਹ ਬਹੁਤ ਦੂਰੋਂ ਆਏ ਹੁੰਦੇ ਆ। 2 ਦਿਨ ਆਉਂਦੇ ਆ, 4 ਦਿਨ ਆਉਂਦੇ ਨਹੀਂ, ਉਹਨਾਂ ਨੂੰ ਪਤਾ ਨਹੀਂ ਲੱਗਦਾ ਸੀ ਪੜ੍ਹਾਇਆ ਕੀ ਸੀ, ਕਿੱਥੇ ਕਿਵੇਂ ਆ। ਤੇ ਉਹ ਬਹੁਤ ਗੈਪ ਬਣਿਆ ਹੋਇਆ ਸਟੂਡੈਂਟਸ ਤੇ ਵਿਦਿਆਰਥੀਆਂ ਦਾ। ਤੇ ਉਹ ਅਸੀਂ ਮੰਨਦੇ ਹਾਂ ਕਿ ਕਾਲਜ 'ਚ ਬਹੁਤ ਬੁਰਾ ਹਾਲ ਆ ਕਾਲਜ ਦਾ। ਤੇ ਦੂਸਰੀ ਜਿਹੜੀ ਡਿਮਾਂਡ ਆ ਕਿ ਸਾਡੇ ਇਲਾਕੇ 'ਚ ਇੱਕੋ ਇੱਕ ਸਰਕਾਰੀ ਕਾਲਜ ਆ ਤੇ ਉਹਦੇ 'ਚ ਵੀ ਮਾਸਟਰ ਡਿਗਰੀ ਵਰਗੇ ਕੋਰਸ ਨਹੀਂ ਹੈਗੇ। MA MSc ਕਰਨ ਸਟੂਡੈਂਟ ਨੂੰ ਬਾਹਰ ਜਾਣਾ ਪੈਂਦਾ, ਹੋਰਨਾਂ ਜ਼ਿਲ੍ਹਿਆਂ ਵੱਲ ਝੱਕਣਾ ਪੈ ਰਿਹਾ ਹੈਗਾ। ਤੇ ਫਾਜ਼ਿਲਕਾ ਜ਼ਿਲ੍ਹੇ 'ਚ ਐਡਾ ਕਾਲਜ ਹੋਵੇ ਤੇ ਉੱਥੇ ਮਾਸਟਰ ਡਿਗਰੀ ਨਾ ਹੋਵੇ ਤਾਂ ਇਹ ਸਾਨੂੰ ਬਹੁਤ ਗੱਲ ਮਹਿਸੂਸ ਹੁੰਦੀ ਆ। ਅਸੀਂ ਉਸ ਡਿਮਾਂਡ ਨੂੰ ਲੈ ਕੇ ਤੇ ਹੋਰ ਸਾਡੀਆਂ 1-2 ਡਿਮਾਂਡਸ ਨੂੰ ਲੈ ਕੇ ਅਸੀਂ ਇੱਕ ਦਸਤਖਤ ਮੁਹਿੰਮ ਚਲਾਈ ਹੋਈ ਆ। ਪਿੱਛੇ ਫਲੈਕਸ ਜੋ ਦੇਖ ਰਹੇ ਆ ਸਾਡੇ, ਅਸੀਂ ਇੱਕ 4 ਡਿਮਾਂਡਸ ਲਿਖੀਆਂ ਹੋਈਆਂ ਆਪਣੀਆਂ ਤੇ ਸਟੂਡੈਂਟਸ ਵੱਧ ਤੋਂ ਵੱਧ ਇਹਨਾਂ 'ਤੇ ਸਿਗਨੇਚਰ ਕਰ ਰਹੇ ਆ। ਤੇ ਆਉਣ ਵਾਲੇ ਸਮੇਂ 'ਚ ਅਸੀਂ ਇਸ ਡਿਮਾਂਡ ਇਹ ਜਿਹੜਾ ਪੂਰੇ ਦਾ ਪੂਰਾ ਫਲੈਕਸ ਆ ਜਿਨ 'ਤੇ 4 ਡਿਮਾਂਡਸ ਆ ਤੇ ਸਟੂਡੈਂਟ ਦੇ ਸਾਈਨ ਕੀਤੇ ਹੋਏ ਆ, ਅਸੀਂ ਇਹ ਅਗਲੇ ਹਫ਼ਤੇ ਜੋ ਇੱਥੇ MLA ਆਮ ਆਦਮੀ ਪਾਰਟੀ ਦੇ ਨਰਿੰਦਰਪਾਲ ਸਮਨਾ ਉਹਨਾਂ ਨੂੰ ਮਿਲ ਕੇ ਡਿਮਾਂਡ ਪੂਰੀ ਦੱਸ ਕੇ ਉਹਨਾਂ ਨੂੰ ਮੰਗ ਪੱਤਰ ਦੇ ਕੇ ਆਵਾਂਗੇ ਤੇ ਉਹਨਾਂ ਨੂੰ ਦੱਸਾਂਗੇ ਕਿ ਬਾਈ ਜੋ ਸਾਡੀਆਂ ਡਿਮਾਂਡ ਪਿਛਲੇ ਲੰਮੇ ਸਮੇਂ ਤੋਂ ਲਮਕ ਰਹੀਆਂ ਹੈਗੀਆਂ ਇਹ ਘੱਟੋ ਘੱਟ ਪੂਰੀਆਂ ਕੀਤੀਆਂ ਜਾਣ। ਕਿਉਂਕਿ ਜੇ ਅਗਲਾ ਸੈਸ਼ਨ ਜਿਹੜਾ ਜਲਦੀ ਸ਼ੁਰੂ ਹੋਣ ਵਾਲਾ, ਮਹੀਨੇ ਦੌਰਾਨ ਪੇਪਰ ਆ
ਤੇ ਸਾਡੇ ਪ੍ਰੋਫੈਸਰ ਪੂਰੇ ਹੋਣੇ ਬਹੁਤ ਜ਼ਰੂਰੀ ਆ, ਕਿਉਂਕਿ ਜੇ ਸਿਲੇਬਸ ਨਾ ਪੂਰਾ ਹੋਇਆ ਤਾਂ ਉਹਦਾ ਜ਼ਿੰਮੇਵਾਰ ਉਹ ਬਾਅਦ 'ਚ ਸਾਡੀ ਗਲਤੀ ਸਟੂਡੈਂਟ ਦੀ ਕੱਢੀ ਜਾਣੀ ਹੈ ਕਿ ਨਹੀਂ ਸਪਲੀ ਆ ਗਈ ਆ, ਪਰ ਉਹ ਜਦ ਕਿ ਅਸੀਂ ਜ਼ਿੰਮੇਵਾਰ ਨਹੀਂ ਹੈਗੇ, ਇਹ ਕਿਤੇ ਨਾ ਕਿਤੇ ਸਿਸਟਮ ਜ਼ਿੰਮੇਵਾਰ ਆ। ਫਿਰ ਜਿਹੜੀ ਮਾਸਟਰ ਡਿਗਰੀ ਦੇ ਕੋਰਸ ਆ ਜਾਂ ਸਾਡੇ ਇੱਥੇ ਕਾਲਜ 'ਚ BSc ਮੈਡੀਕਲ ਆ, BCom ਵਰਗੇ ਕੋਰਸ ਬਿਲਕੁਲ ਨਹੀਂ ਹੈਗੇ। ਅਸੀਂ ਉਹ ਮੰਗ ਕਰਦੇ ਹਾਂ ਕੋਰਸ ਜਿਹੜਾ ਅਗਲਾ ਸੈਸ਼ਨ ਮਹੀਨੇ 2 ਮਹੀਨੇ ਬਾਅਦ ਸ਼ੁਰੂ ਹੋਣ ਵਾਲਾ ਉਹਦੇ ਵਿੱਚ ਹੀ ਸ਼ੁਰੂ ਕੀਤੇ ਜਾਣ, ਜੇ ਹੁਣ ਨਾ ਸ਼ੁਰੂ ਕੀਤੇ ਗਏ ਤਾਂ ਫਿਰ ਉਹ ਸਾਲ ਅੱਗੇ ਗੱਲ ਚਲੀ ਜਾਣੀ। ਤੁਸੀਂ ਪ੍ਰਿੰਸੀਪਲ ਸਾਹਿਬ ਨੂੰ ਜਾਣਕਾਰੀ ਦਿੱਤੀ ਹੈ ਇਹਨਾਂ ਮਸਲੇ ਬਾਰੇ? ਜੀ ਅਸੀਂ ਪਿਛਲੇ ਦਿਨ ਸਾਡੀ ਜਿਹੜੀ ਡਿਮਾਂਡ ਇਹਦੇ ਵਿੱਚ ਟੀਚਰਾਂ ਦੀ ਵੀ ਕੁਝ ਡਿਮਾਂਡਸ ਹੈਗੀਆਂ, ਜਿਵੇਂ ਇੱਕ ਤਾਂ ਜਿਹੜੇ ਗੈਸਟ ਫੈਕਲਟੀ ਪ੍ਰੋਫੈਸਰ ਆ ਉਹਨਾਂ ਨੂੰ ਤਨਖਾਹ ਸਰਕਾਰ ਨਹੀਂ ਦਿੰਦੀਗੀ, ਉਹਨੂੰ ਤਨਖਾਹ ਸਟੂਡੈਂਟ ਦੇ ਰਹੇ ਆ PTA ਫੰਡ 'ਚੋਂ, ਤੇ ਅਸੀਂ ਮੰਗ ਕਰ ਰਹੇ ਹਾਂ ਕਿ ਇੱਕ ਤਾਂ ਗੈਸਟ ਫੈਕਲਟੀ ਪ੍ਰੋਫੈਸਰ ਪੱਕੇ ਕੀਤੇ ਜਾਣੇ ਚਾਹੀਦੇ ਆ ਤੇ ਉਹਨਾਂ ਦੀ ਤਨਖਾਹ ਜਿਹੜੀ ਸਰਕਾਰੀ ਖਜ਼ਾਨੇ 'ਚੋਂ ਮਿਲਣੀ ਚਾਹੀਦੀ ਹੈ। ਅਸੀਂ ਇਸ ਬਾਬਤ ਸਾਰੇ ਟੀਚਰਾਂ ਨੂੰ ਵੀ ਮਿਲੇ ਹੋਏ ਹਾਂ, ਪ੍ਰਿੰਸੀਪਲ ਸਰ ਨੂੰ ਵੀ ਮਿਲੇ ਹੋਏ ਹਾਂ। ਅਸੀਂ ਦੱਸਿਆ ਕਿ ਤੁਹਾਡੀ ਡਿਮਾਂਡ ਤੇ ਵਿਦਿਆਰਥੀਆਂ ਦੀ ਡਿਮਾਂਡ ਨੂੰ ਸਾਂਝਾ ਕਰਕੇ ਲੜ ਰਹੇ ਹਾਂ ਤੇ ਸਾਰੇ ਟੀਚਰਸ ਨੂੰ ਵੀ ਪਤਾ ਹੈਗਾ ਤੇ ਸਭ ਟੀਚਰ ਦਾ ਸਹਿਯੋਗ ਵੀ ਹੈ ਸਭ। ਹਾਂਜੀ, ਕੀ ਨਾਮ ਹੈ ਤੁਹਾਡਾ? ਜੀ ਮੇਰਾ ਨਾਮ ਜਸਪ੍ਰੀਤ ਸਿੰਘ ਹੈ, ਪੰਜਾਬ ਸਟੂਡੈਂਟ ਯੂਨੀਅਨ ਦਾ ਮੈਂਬਰ ਹਾਂ ਮੈਂ। ਹਾਂਜੀ। ਤੇ ਜਿਹੜਾ ਅੱਜ ਅਸੀਂ ਪ੍ਰੋਟੈਸਟ ਦਸਤਖਤ ਮੁਹਿੰਮ ਕਾਲਜ 'ਚ ਸ਼ੁਰੂ ਕੀਤੀ ਆ, ਤੇ ਇਹਦੇ ਵਿੱਚ ਇੱਕ ਡਿਮਾਂਡ ਸਾਡੀ EVM ਮਸ਼ੀਨਾਂ ਨੂੰ ਲੈ ਕੇ ਆ ਵੀ ਜਿਹੜੇ ਸਰਕਾਰ ਵੱਲੋਂ ਜਿਹੜੇ ਬੂਥ ਬਣਾਏ ਜਾਂਦੇ ਆ ਕਾਲਜਾਂ 'ਚ ਸਕੂਲਾਂ 'ਚ, ਤੇ ਇਹ ਜਿਹੜੀ ਕਾਲਜ ਦੀ ਬਿਲਡਿੰਗ ਆ ਹੈ ਨਾ, ਪਿਛਲੇ 9 ਸਾਲਾਂ ਤੋਂ ਲਗਾਤਾਰ ਇੱਥੇ ਮਸ਼ੀਨਾਂ ਆਈਆਂ ਹੈ ਨਾ, ਤੇ ਉਹ ਪੱਕੀਆਂ ਇੱਥੇ ਪਈਆਂ ਹੈ ਨਾ, ਜਦੋਂ ਕਿ ਸਰਕਾਰੀ ਅਦਾਰੇ ਬਣ ਚੁੱਕੇ ਇਹਨਾਂ ਮਸ਼ੀਨਾਂ ਨੂੰ ਉਧਰ ਟਰਾਂਸਪੋਰਟ ਕਰਨ ਵਾਸਤੇ, ਪਰ ਉਹ ਸਰਕਾਰ ਉਹਦੇ ਤੇ ਕੋਈ ਐਕਸ਼ਨ ਨਹੀਂ ਲੈ ਰਹੀ ਹੈ ਨਾ। ਜਿਹੜਾ ਵੀ ਸਾਡਾ ਹਾਲ ਬਣਿਆ ਉਹ ਕਈ ਵਾਰ ਸਾਨੂੰ ਦਿੱਕਤ ਆਉਂਦੀ ਹੈ ਨਾ, ਵਿਦਿਆਰਥੀਆਂ ਨੂੰ ਕਈ ਵਾਰ ਅਸੀਂ ਸਟੂਡੈਂਟ ਇਕੱਠੇ ਕਰਨੇ ਹੁੰਦੇ ਆ ਜੇ ਕੁਝ ਗੱਲਬਾਤ ਵਿਚਾਰ ਚਰਚਾ ਰੱਖਣੀ ਹੁੰਦੀ ਤਾਂ ਸਾਡੇ ਜਿਵੇਂ ਗਰਮੀਆਂ ਦਾ ਹੁਣ ਮਾਹੌਲ ਆ ਹੈ ਨਾ, ਅਸੀਂ ਸਟੂਡੈਂਟ ਕਿੱਥੇ ਇਕੱਠੇ ਕਰੀਏ ਉਹਦੇ ਸਾਨੂੰ ਦਿੱਕਤਾਂ ਆਉਂਦੀਆਂ ਹੈ ਨਾ। ਤੇ ਉਹ 9 ਸਾਲ ਤੋਂ ਲਗਾਤਾਰ ਉਹ EVM ਮਸ਼ੀਨਾਂ ਉੱਥੇ ਦੀ ਉੱਥੇ ਹੀ ਪਈਆਂ ਹੈਗੀਆਂ, ਤੇ ਇਹਦੇ 'ਚ ਇੱਕ ਸਾਡੀ ਡਿਮਾਂਡ ਇਹ ਆ ਵੀ ਜਿਹੜੀ EVM ਮਸ਼ੀਨਾਂ ਹੈਗੀਆਂ ਉਹ ਚੁੱਕ ਕੇ ਕਿਧਰੇ ਹੋਰ ਪਾਸੇ ਕੀਤੀਆਂ ਜਾਣ, ਜੋ ਸਾਡੇ ਬਿਲਡਿੰਗ ਬਣੀ ਆ ਹੈ ਨਾ ਸਟੂਡੈਂਟ ਵਾਸਤੇ, ਵਿਦਿਆਰਥੀਆਂ ਵਾਸਤੇ ਜਿਹੜੀ ਬਿਲਡਿੰਗ ਤਿਆਰ ਹੋਈ ਆ ਉਹਦਾ ਅਸੀਂ ਲਾਭ ਲੈ ਸਕੀਏ ਨਾ ਕਿਸੇ ਪਾਸੋਂ। ਕਿਉਂ ਜੇ ਉਹ ਇੱਕ ਤਾਂ ਜਿਹੜੀ ਉਹ EVM ਮਸ਼ੀਨਾਂ ਪਈਆਂ ਉਹ ਖਾਸ ਕਰਕੇ ਸਾਡੀ ਲਾਇਬ੍ਰੇਰੀ ਵਾਸਤੇ ਜਗ੍ਹਾ ਬਣੀ ਸੀ। ਤੁਸੀਂ ਵੇਖੋ ਜੇ ਲਾਇਬ੍ਰੇਰੀ ਦੇ ਪਾਸੇ ਜਾਓਗੇ ਸਾਡੀ ਲਾਇਬ੍ਰੇਰੀ ਦੀ ਹਾਲਤ ਬਹੁਤ ਮਾੜੀ ਹੈ ਨਾ, ਉੱਥੇ ਪੂਰੀਆਂ ਕਿਤੇ ਪ੍ਰੋਪਰ ਕਿਤਾਬਾਂ ਨਹੀਂ ਗਈਆਂ, ਜੇ ਕਿਤਾਬਾਂ ਹੈਗੀਆਂ ਤਾਂ ਜਿਹੜੀਆਂ ਅਲਮਾਰੀਆਂ ਬਣੀਆਂ ਉਹਨਾਂ ਦੀ ਹਾਲਤ ਬਹੁਤ ਮਾੜੀ ਆ, ਤੇ ਜੇ EVM ਮਸ਼ੀਨਾਂ ਤੋਂ ਚੱਕੀਆਂ ਜਾਂਦੀਆਂ ਤੇ ਉਹ ਜਿਹੜੀ ਪ੍ਰੋਪਰ ਲਾਇਬ੍ਰੇਰੀ ਬਣ ਜਾਊਗੀ ਤੇ ਵਿਦਿਆਰਥੀਆਂ ਨੂੰ ਪੜ੍ਹਨ ਵਾਸਤੇ ਇੱਕ ਮੌਕਾ ਮਿਲ ਜਾਏਗਾ ਉਹਦੇ ਵਾਸਤੇ। ਤੇ ਸਾਡੀ ਇੱਕ ਇਹੀ ਮੰਗ ਆ ਵੀ ਜਿਹੜੀ EVM ਮਸ਼ੀਨਾਂ ਉਹਨਾਂ ਨੂੰ ਉੱਥੇ ਹਟਾਇਆ ਜਾਵੇ, ਚੱਕੀਆਂ ਜਾਣ। ਤੇ ਇੱਕ ਜਿਹੜੀ ਅਸੀਂ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਆ ਨਾ, ਭਗਵੰਤ ਮਾਨ ਨੂੰ ਇਹ ਸੁਨੇਹਾ ਗੱਲ ਦੱਸਣਾ ਚਾਹਾਂਗੇ, ਤੁਸੀਂ ਆਪ ਜਿਹੜੀ ਪੁਲਿਸ ਭਰਤੀ ਕਰਨ ਲੱਗੇ ਆ 10,000 ਜਿਹੜੀ ਤੁਸੀਂ ਹੁਣੇ ਆਪਣਾ ਜਿਹੜਾ ਕਿਹਾ ਵਾ ਜਿਹੜੀ 24,000 ਜਿਹੜੇ ਅਸੀਂ ਮੁਲਾਜ਼ਮ ਭਰਤੀ ਜਾਂ ਪੱਕੇ ਕਰਨੇ ਉਹਨਾਂ 'ਚ ਉਹਨਾਂ ਕਿਹਾ ਸੀ ਵੀ 10,000 ਅਸੀਂ ਜਿਹੜੇ ਪੁਲਿਸ ਮੁਲਾਜ਼ਮ ਭਰਤੀ ਕਰਨੇ ਅਸੀਂ ਉਹਨਾਂ ਨੂੰ ਕਹਾਂਗੇ ਵੀ ਤੁਸੀਂ ਪਹਿਲਾਂ ਆਪਦੇ ਪੁਲਿਸ ਰਹਿਣ ਦਿਓ ਇੱਕ ਵਾਰੀ, ਜਿਹੜੇ ਸਾਨੂੰ ਮੈਡੀਕਲ ਸਹੂਲਤਾਂ ਡਾਕਟਰ ਸਾਨੂੰ ਚਾਹੀਦੇ ਆ ਇਸ ਟਾਈਮ। ਸਾਡੇ ਅਧਿਆਪਕ ਪੂਰੇ ਨਹੀਂ ਸਾਡੇ ਕਾਲਜਾਂ 'ਚ, ਸਾਡੇ 1996 ਤੋਂ ਬਾਅਦ ਕੋਈ ਪੱਕੀ ਭਰਤੀ ਨਹੀਂ ਹੋਈ ਪ੍ਰੋਫੈਸਰਾਂ ਦੀ, ਉਹ ਤੁਸੀਂ ਪਹਿਲਾਂ ਭਰਤੀਆਂ ਪੱਕੀਆਂ ਕਰੋ ਪ੍ਰੋਫੈਸਰਾਂ ਦੀਆਂ, ਕਿਉਂ ਆਉਣ ਵਾਲੇ ਟਾਈਮ 'ਚ ਵਿਦਿਆਰਥੀਆਂ ਦੇ ਪੇਪਰ ਆ, ਕਿਉਂ ਮਈ ਜੂਨ 'ਚ ਵਿਦਿਆਰਥੀਆਂ ਦੇ ਸੈਸ਼ਨ ਸ਼ੁਰੂ ਹੋ ਜਾਣੇ ਪੇਪਰਾਂ ਦੇ, ਤੇ ਉਹਨਾਂ ਨੂੰ ਹੁਣ ਇਸ ਟਾਈਮ ਵਿਦਿਆਰਥੀਆਂ ਨੂੰ ਪ੍ਰੋਫੈਸਰਾਂ ਦੀ ਲੋੜ ਆ, ਨਾ ਕਿ ਸਾਨੂੰ ਪੁਲਿਸ ਦੀ ਲੋੜ ਆ ਹੈਗੀ ਆ। ਤੇ ਜੇ ਉਹ ਪ੍ਰੋਫੈਸਰ ਪੱਕੇ ਹੋ ਜਾਣਗੇ, ਅਸੀਂ ਇਹ ਅੱਜ ਦਾ ਸਾਡਾ ਕੋਈ ਪ੍ਰੋਟੈਸਟ ਨਹੀਂ ਹੈਗਾ, ਮਾਮਲਾ ਨਹੀਂ ਹੈਗਾ, ਅਸੀਂ ਲਗਾਤਾਰ ਪਿਛਲੇ 4 ਸਾਲਾਂ ਤੋਂ ਇਸ ਮਾਮਲੇ ਤੇ ਲੜ ਰਹੇ ਹਾਂ ਵੀ ਸਾਡਾ ਜਿਹੜਾ ਇੱਕੋ ਇੱਕ ਸਰਕਾਰੀ ਕਾਲਜ ਆ MR ਜਿਹੜੇ ਫਾਜ਼ਿਲਕਾ ਵਿੱਚ, ਉਹਦੇ ਤੇ ਕੋਈ ਪ੍ਰੋਫੈਸਰਾਂ ਦੀ ਪੱਕੀ ਭਰਤੀ ਨਹੀਂ ਹੋਈ ਹੈਗੀ, ਤਾਂ ਪ੍ਰੋਫੈਸਰਾਂ ਦੀ ਪੱਕੀ ਭਰਤੀ ਕੀਤੀ ਜਾਵੇ। ਕਿਉਂ ਸਟੂਡੈਂਟ ਕਹਿੰਦੇ ਆ ਵੀ ਸਾਡਾ ਇੱਕ ਦਿਨ ਤੋਂ ਬਾਅਦ ਦੂਜੇ ਦਿਨ ਲੈਕਚਰ ਨਹੀਂ ਲੱਗਦਾ ਹੈਗਾ, ਜਿਵੇਂ ਪਹਿਲਾਂ ਗੱਲ ਕਰ ਚੁੱਕਿਆ ਇਕਨੋਮਿਕਸ ਤੇ ਪੋਲਿਟਿਕਸ ਤੇ ਹਿੰਦੀ ਦਾ ਕੋਈ ਪੱਕਾ ਪ੍ਰੋਫੈਸਰ ਹੀ ਨਹੀਂਗਾ। ਤੁਸੀਂ ਹੋਰ ਛੱਡੋ, ਸਾਡੇ ਕਾਲਜ 'ਚ ਪੱਕਾ ਪ੍ਰਿੰਸੀਪਲ ਨਹੀਂ ਹੈਗਾ ਇੱਥੇ, ਜਿਹੜਾ ਪ੍ਰਿੰਸੀਪਲ ਆਉਂਦੇ ਆ ਉਹ ਵੀ 2 ਦਿਨ ਉਹਨੂੰ ਕਾਲਜ ਦੇ ਹਿਸਾਬ ਨਾਲ ਵੰਡਿਆ ਗਿਆ। ਤੇ ਸਾਡੇ ਇੱਕ ਇਹ ਵੀ ਮੰਗ ਹੈ ਵੀ ਸਾਡੇ ਕਾਲਜ ਦੇ ਇੱਕ ਪ੍ਰੋਪਰ ਪੱਕਾ ਪ੍ਰਿੰਸੀਪਲ ਹੋਣਾ ਚਾਹੀਦਾ, ਤੇ ਨਾਲ ਸਾਡੇ ਜਿਹੜੇ ਪ੍ਰੋਫੈਸਰ ਆ ਨਾ ਪੂਰੇ ਦੇ ਪੂਰੇ ਭਰਤੀ ਕੀਤੇ ਜਾਣ। ਕਿਉਂ ਬਾਕੀ ਹੋਰ ਨਾ, ਜੇ ਮੁਕਤਸਰ ਕਾਲਜ ਵੇਖੀਏ ਜਾਂ ਬਠਿੰਡਾ ਕਾਲਜ ਵੇਖੀਏ, ਉੱਥੇ ਜਿਹੜੇ ਵੈਕੈਂਸੀਆਂ ਹੈਗੀਆਂ ਜਿਹੜੇ ਪ੍ਰੋਫੈਸਰਾਂ ਦੀ ਉਹ 50 70 77 ਪ੍ਰੋਫੈਸਰ ਉੱਥੇ ਪੜ੍ਹਾ ਰਹੇ ਆ, ਤੇ ਇੱਕੋ ਪੰਜਾਬ ਦੇ ਅਸੀਂ ਮੰਨਦੇ ਵੀ ਸਾਡਾ ਇੱਕੋ MR ਸਰਕਾਰੀ ਕਾਲਜ ਆ ਜਿੱਥੇ 2300 ਸਟੂਡੈਂਟ ਦੇ ਮਗਰ ਸਿਰਫ 13 ਪ੍ਰੋਫੈਸਰ ਆ, ਉਹ ਵੀ ਗੈਸਟ ਫੈਕਲਟੀ ਆ, ਕੋਈ ਪੱਕਾ ਅਧਿਆਪਕ ਨਹੀਂ ਹੈਗਾ ਇੱਥੇ। ਤੇ ਜੇ ਆਪਾਂ ਇਹਨਾਂ ਨੂੰ ਡਿਵਾਈਡ ਕਰ ਦਈਏ ਤਾਂ ਇੱਕ ਪ੍ਰੋਫੈਸਰ ਦੇ ਮਗਰ ਹੱਦ ਨਹੀਂ ਤਾਂ 400-500 ਸਟੂਡੈਂਟ ਆਉਂਦੇ ਆ, ਤਾਂ ਬਹੁਤ ਮੁਸ਼ਕਿਲ ਆ ਜਿਹੜੇ ਸਾਡੇ ਪ੍ਰੋਫੈਸਰ ਉਹਨਾਂ ਨੂੰ ਪੜ੍ਹਾਉਣ ਵਾਸਤੇ ਵੀ ਕੋਈ ਵੀ ਇੱਕ ਪ੍ਰੋਫੈਸਰ 400-500 ਵਿਦਿਆਰਥੀਆਂ ਨੂੰ ਇੱਕ ਟਾਈਮ ਤੇ ਨਹੀਂ ਪੜ੍ਹਾ ਸਕਦਾ ਹੈਗਾ। ਤੇ ਸਾਡੀ ਇਹ ਮੰਗ ਆ ਵੀ ਇੱਕ ਤਾਂ ਪ੍ਰੋਫੈਸਰ ਪੱਕੇ ਕੀਤੇ ਜਾਣ, ਇੱਕ EVM ਮਸ਼ੀਨਾਂ ਨੂੰ ਬਾਹਰ ਕੱਢਿਆ ਜਾਵੇ।